ਹੈਲੋ एवरीवन ਵੈਲਕਮ ਟੂ ਆਲ। ਲਾਸਟ ਵੀਡੀਓ 'ਚ ਆਪਾਂ ਨੇ ਕਵਰ ਕੀਤਾ ਸੀਗਾ ਡਾਇਵਰਸਿਟੀ ਬਾਰੇ ਤੇ ਡਾਇਵਰਸਿਟੀ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਸਾਡੇ 'ਚ ਵਿਭਿੰਨਤਾ ਹੋਣ ਦੇ ਬਾਵਜੂਦ ਵੀ ਅਸੀਂ ਯੂਨਾਈਟ ਕਿਵੇਂ ਆ। ਸਾਡੇ 'ਚ ਡਾਇਵਰਸਿਟੀ ਹੋਣ ਦੇ ਬਾਵਜੂਦ ਵੀ ਅਸੀਂ ਡਾਇਵਰਸ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਕਿਵੇਂ ਆ, ਅਸੀਂ ਯੂਨਾਈਟ ਕਿਵੇਂ ਆ, ਸਾਡੇ 'ਚ ਯੂਨਿਟੀ ਕਿਵੇਂ ਆ। ਅਸੀਂ ਗੱਲ ਕੀਤੀ ਸੀਗੀ ਕਿ ਸਾਡੇ ਇੰਡੀਆ ਦੇ ਵਿੱਚ ਕੋਈ ਵੀ ਮਦਰ ਲੈਂਗੁਏਜ ਕਿਉਂ ਨਹੀਂ ਹੈਗੀ। ਅਸੀਂ ਗੱਲ ਕੀਤੀ ਸੀਗੀ ਕਿ ਹਜ਼ਾਰਾਂ ਬੋਲੀਆਂ ਸਾਡੇ ਇੰਡੀਆ ਦੇ ਵਿੱਚ ਬੋਲੀਆਂ ਜਾਂਦੀਆਂ ਨੇ, ਉਹਦੇ ਬਾਵਜੂਦ ਵੀ ਕੌਨਸਟੀਟਿਊਸ਼ਨ ਨੇ ਸਾਨੂੰ 22 ਭਾਸ਼ਾਵਾਂ ਨੇ ਜਿਹੜੀਆਂ ਉਹ ਰਿਕਗਨਾਈਜ਼ ਕੀਤੀਆਂ ਨੇ। 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਆ ਤੇ ਆਪਾਂ ਨੇ ਇੱਕ ਇੱਕ ਕਰਕੇ ਉਹ ਸਾਰੀਆਂ 22 ਦੀਆਂ 22 ਭਾਸ਼ਾਵਾਂ ਵੀ ਦੇਖੀਆਂ ਸੀਗੀਆਂ, ਪੜ੍ਹੀਆਂ ਸੀਗੀਆਂ। ਠੀਕ ਹੈ। ਇਸ ਤੋਂ ਇਲਾਵਾ ਆਪਾਂ ਨੇ ਦੇਖਿਆ ਸੀਗਾ ਕਿ ਬਹੁਤ ਸਾਰੀਆਂ ਸਟੇਟਸ ਅਜਿਹੀਆਂ ਸੀਗੀਆਂ ਜਿਹੜੀਆਂ ਔਨ ਦਾ ਬੇਸਿਸ ਆਫ ਲੈਂਗੁਏਜ ਜਾਂ ਫਿਰ ਔਨ ਦਾ ਬੇਸਿਸ ਆਫ ਕਲਚਰ ਬਣਾਈਆਂ ਗਈਆਂ ਸੀਗੀਆਂ। ਕਹਿਣ ਦਾ ਮਤਲਬ ਇਹ ਆ ਕਿ ਅਸੀਂ ਖਾਣ ਦੇ ਵਿੱਚ, ਪੀਣ ਦੇ ਵਿੱਚ, ਬੋਲਣ ਦੇ ਵਿੱਚ, ਪਹਿਨਣ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਪਰ ਸਾਨੇ ਡਾਇਵਰਸਿਟੀ ਦੇਖੀ ਸੀਗੀ। ਉਹਦੇ ਬਾਵਜੂਦ ਵੀ ਵੀ ਆਰ ਇੰਡੀਅਨਸ, ਵੀ ਆਰ ਯੂਨਾਈਟ। ਅਸੀਂ ਇੱਕ ਹਾਂ, ਅਸੀਂ ਇਕੱਠੇ ਹਾਂ, ਅਸੀਂ ਭਾਰਤੀ ਹਾਂ। ਉਹਦੇ ਬਾਵਜੂਦ ਵੀ ਅਸੀਂ ਇਹੀ ਗੱਲ ਕੀਤੀ ਸੀਗੀ। ਠੀਕ ਹੈ। ਤੇ ਅੱਜ ਦਾ ਜੋ ਸਾਡਾ ਟੌਪਿਕ ਹੈ, ਸੈਕਿੰਡ ਟੌਪਿਕ 'ਤੇ ਅਸੀਂ ਪਹੁੰਚ ਚੁੱਕੇ ਹਾਂ। ਸੈਕਿੰਡ ਲੈਕਚਰ ਹੈ ਜਿਹੜਾ ਸਾਡਾ ਜਿਓਗ੍ਰਾਫੀ ਪੋਲੀਟੀਕਲ ਸਾਇੰਸ ਦਾ, ਉਹ ਹੈਗਾ ਹੈ ਗਵਰਨਮੈਂਟ, ਸਰਕਾਰ। ਐਕਚੁਅਲੀ ਬੱਚੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਥੋਂ ਤੋਂ ਨਾ ਸਾਡਾ ਥੋੜ੍ਹਾ ਜਿਹਾ ਸਿਸਟਮ ਆ ਜਿਹੜਾ ਉਹ ਟਿਪੀਕਲ ਤਾਂ ਨਹੀਂ ਕਹਿ ਸਕਦੇ, ਟੈਕਨੀਕਲ ਕਹਿ ਸਕਦੇ ਹਾਂ ਕਿ ਟੈਕਨੀਕਲ ਜੇ ਸਿਸਟਮ ਚੱਲ ਰਿਹਾ ਹੈ। ਹਾਓ ਟੈਕਨੀਕਲ ਸਿਸਟਮ ਕਿਵੇਂ ਆ? ਇਹ ਵਾਲੇ ਲੈਕਚਰ ਤੋਂ ਜਾਂ ਇਹ ਵਾਲੇ ਸਟੈਪ ਤੋਂ ਅਸੀਂ ਇਸ ਤਰੀਕੇ ਨਾਲ ਮੂਵ ਕਰਾਂਗੇ, ਅਸੀਂ ਇਸ ਤਰੀਕੇ ਨਾਲ ਪੜ੍ਹਾਂਗੇ ਕਿ ਸਾਨੂੰ ਕੱਲੀ ਕੱਲੀ ਚੀਜ਼ ਸਮਝ ਆਉਣੀ ਚਾਹੀਦੀ ਆ। ਸੋ ਡਾਇਵਰਸਿਟੀ ਇੱਕ ਅਲੱਗ ਟੌਪਿਕ ਆ। ਗਵਰਨਮੈਂਟ, ਉਸ ਤੋਂ ਬਾਅਦ ਲੋਕਲ ਗਵਰਨਮੈਂਟ, ਉਸ ਤੋਂ ਬਾਅਦ ਸਟੇਟ ਗਵਰਨਮੈਂਟ, ਉਸ ਤੋਂ ਬਾਅਦ ਸੈਂਟਰਲ ਗਵਰਨਮੈਂਟ, ਉਸ ਤੋਂ ਬਾਅਦ ਸਾਡੇ ਕੋਲ ਆਉਂਦੀਆਂ ਨੇ ਟਾਈਪਸ ਆਫ ਗਵਰਨਮੈਂਟ ਤੋਂ ਬਾਅਦ ਆਰਗਨਸ ਆਫ ਦੀ ਗਵਰਨਮੈਂਟ। ਵੈਸੇ ਆਪਾਂ ਸਾਰਾ ਕੁਝ ਕਵਰ ਕਰਨਾ ਹੈ। ਖੈਰ ਇਹਨਾਂ ਸਾਰੀਆਂ ਚੀਜ਼ਾਂ ਦੀ ਸਾਨੂੰ ਡਿਟੇਲ ਪੜ੍ਹਨੀ ਆ। ਕੋਈ ਸਰਕਾਰ ਬਣਦੀ ਆ ਤਾਂ ਕਿਵੇਂ ਬਣਦੀ ਆ, ਓਪੋਜੀਸ਼ਨ ਕੀ ਹੁੰਦੀ ਆ। ਕਹਿਣ ਦਾ ਮਤਲਬ ਆਪਾਂ ਇੱਥੇ ਇਹ ਕਹਿ ਸਕਦੇ ਹਾਂ ਕਿ ਜਿਹੜੀ ਗਵਰਨਮੈਂਟ ਆਪਾਂ ਹੁਣ ਪੜ੍ਹਨ ਜਾ ਰਹੇ ਹਾਂ, ਇਹ ਵਾਲਾ ਲੈਕਚਰ ਆਲ ਓਵਰ ਪੋਲੀਟੀਕਲ ਸਾਇੰਸ ਦਾ ਬੇਸ ਲੈਕਚਰ ਆ। ਇੱਥੋਂ ਤੋਂ ਸਾਨੂੰ ਇਸ ਤਰੀਕੇ ਨਾਲ ਪੜ੍ਹਨਾ ਪਊਗਾ, ਜਾਂ ਤਾਂ ਤੁਹਾਨੂੰ ਪੋਲੀਟੀਕਲ ਬਹੁਤ ਚੰਗੇ ਤਰੀਕੇ ਨਾਲ ਸਮਝ ਆਊਗੀ ਜਾਂ ਤੁਹਾਨੂੰ ਪੋਲੀਟੀਕਲ ਸਾਇੰਸ ਸਮਝ ਨਹੀਂ ਆਉਣੀ ਹੈਗੀ। ਜਾਂ ਤਾਂ ਤੁਹਾਨੂੰ ਸਿਵਿਕਸ ਸਮਝ ਆਊਗੀ ਜਾਂ ਤੁਹਾਨੂੰ ਸਿਵਿਕਸ ਸਮਝ ਨਹੀਂ ਆਉਣੀ ਹੈਗੀ। ਵਿੱਚ ਵਿਚਾਲੇ ਵਾਲਾ ਕੁਝ ਨਹੀਂ ਹੋਣਾ ਹੈਗਾ। ਬੱਚੇ ਪੋਲੀਟੀਕਲ ਸਾਇੰਸ ਜਾਂ ਸਿਵਿਕਸ, ਤੁਸੀਂ ਜੋ ਵੀ ਇਹਨੂੰ ਕਾਊਂਟ ਕਰਦੇ ਹੋ, ਜੋ ਵੀ ਇਹਨੂੰ ਤੁਸੀਂ ਪੜ੍ਹਦੇ ਹੋ, ਪੋਲੀਟੀਕਲ ਸਾਇੰਸ ਜਾਂ ਸਿਵਿਕਸ ਉਹ ਵਾਲਾ ਵਿਸ਼ਾ ਹੈ ਜਿਹੜਾ ਰੱਟੇ ਦੇ ਉੱਪਰ ਨਹੀਂ ਚੱਲ ਸਕਦਾ। ਮੈਥ ਮੰਗੋ, ਇਹ ਵੀ ਟੈਕਨੀਕ ਨਾਲ ਚੱਲਦਾ ਹੈ, ਇਹ ਵੀ ਪ੍ਰੈਕਟਿਸ ਭਾਲਦਾ ਹੈ। ਇੱਕ ਵਾਰ ਫਾਰਮੂਲਾ ਦਿਮਾਗ 'ਚ ਵੜ ਗਿਆ, ਇੱਕ ਵਾਰ ਫਾਰਮੂਲਾ ਦਿਮਾਗ 'ਚ ਲੱਗ ਗਿਆ, ਕਦੇ ਨਹੀਂ ਭੁੱਲੋਗੇ ਤੁਸੀਂ। ਸੋ ਉਸ ਤਰੀਕੇ ਨਾਲ ਆਪਾਂ ਨੇ ਸਟੱਡੀ ਕਰਨੀ ਆ। ਓਕੇ, ਆਪਾਂ ਹੁਣ ਕਰ ਰਹੇ ਹਾਂ ਆਪਣੀ ਸਟਾਰਟਿੰਗ। ਸਭ ਤੋਂ ਪਹਿਲਾਂ ਆਪਣੇ ਕੋਲ ਟੌਪਿਕ ਆ ਰਿਹਾ ਗਵਰਨਮੈਂਟ। ਸਰਕਾਰ ਹੁੰਦੀ ਕੀ ਆ? ਅ ਗਵਰਨਮੈਂਟ ਕੈਨ ਬੀ ਡਿਫਾਈਨਡ ਐਜ਼ government can be defined as a group of people who G-O-V-E-R-N who govern the community, group or nation। गवर्नमेंट की a government can be defined as, ਅਸੀਂ ਗਵਰਨਮੈਂਟ ਨੂੰ ਇਸ ਤਰੀਕੇ ਨਾਲ ਡਿਫਾਈਨ ਕਰ ਸਕਦੇ ਹਾਂ ਕਿ ਇਹ ਇੱਕ ਗਰੁੱਪ ਆਫ ਪੀਪਲ ਹੁੰਦਾ ਹੈ, ਇਹ ਲੋਕਾਂ ਦਾ ਇੱਕ ਗਰੁੱਪ ਹੁੰਦਾ ਹੈ। ਫੋਰ ਐਗਜ਼ਾਮਪਲ ਆ ਹੈਗੀ ਹੈ ਤੁਹਾਡੀ ਸੁਸਾਇਟੀ ਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਨੇ। ਆ ਹੈਗਾ ਤੁਹਾਡਾ ਸਮਾਜ ਜਿਹਦੇ ਵਿੱਚ ਕਾਫੀ ਸਾਰੇ ਲੋਕੀ ਰਹਿੰਦੇ ਨੇ। ਠੀਕ ਹੈ, ਇਹ ਹੈਗੀ ਹੈ ਤੁਹਾਡੀ ਸੁਸਾਇਟੀ। ਗਰੁੱਪ ਆਫ ਪੀਪਲ ਹੂ ਗਵਰਨ ਦਾ ਕਮਿਊਨਿਟੀ, group of people
कुछ लोग इकट्ठे होए ਤੇ ਬਾਕੀ ਦੀ ਕਮਿਊਨਿਟੀ ਨੂੰ, ਬਾਕੀ ਦੇ ਗਰੁੱਪ ਨੂੰ, ਬਾਕੀ ਦੇ ਦੇਸ਼ ਨੂੰ ਚਲਾ ਰਹੇ ਨੇ, ਗਵਰਨ ਕਰ ਰਹੇ ਨੇ। ਉਹ ਹੁੰਦੀ ਹੈ ਸਰਕਾਰ। ਕੁਝ ਲੋਕ ਇਕੱਠੇ ਹੋ ਕੇ, ਉਹ ਕੁਝ ਦੇ ਵਿੱਚ ਇੱਕ ਵੀ ਹੋ ਸਕਦਾ, ਜਿਵੇਂ ਆਪਾਂ ਡਿਕਟੇਟਰਸ਼ਿਪ ਦੀ ਗੱਲ ਕਰ ਲਈ ਅੱਗੇ ਜਾ ਕੇ ਪੜਾਂਗੇ, ਉਹ ਕੁਝ ਦੇ ਵਿੱਚ ਜਿਹੜੇ ਕੁਝ ਲੋਕ ਨੇ ਉਹ ਇੱਕ ਵੀ ਹੋ ਸਕਦਾ, ਉਹ ਕਈ ਵੀ ਹੋ ਸਕਦੇ ਨੇ। ਅ ਗਰੁੱਪ ਆਫ ਪੀਪਲ who govern the society, who govern the nation, who govern the group of people। ਅੰਡਰਸਟੈਂਡ। ਇੰਟਰੋਡਕਸ਼ਨ ਮੇਰਾ ਖਿਆਲ ਹੈ ਕਿ ਸਮਝ ਆ ਗਈ ਹੋਊਗੀ ਤੁਹਾਨੂੰ। ਇਹਦੇ ਵਿੱਚ ਉਹ ਆਪਣੀਆਂ ਪੋਲੀਟੀਕਲ ਐਕਟੀਵਿਟੀਜ਼ ਕਰਨਗੇ, ਸੋਸ਼ਲ ਐਕਟੀਵਿਟੀਜ਼ ਕਰਨਗੇ, ਉਹ ਲੋਕਾਂ ਦਾ ਵੱਧ ਤੋਂ ਵੱਧ ਭਲਾ ਸੋਚਣਗੇ, ਉਹ ਲੋਕਾਂ ਵਾਸਤੇ ਸਿਸਟਮ ਲੈ ਕੇ ਆਉਣਗੇ, ਲੋਕਾਂ ਵਾਸਤੇ ਰੂਲ ਐਂਡ ਰੈਗੂਲੇਸ਼ਨ ਲੈ ਕੇ ਆਉਣਗੇ, ਲੋਕਾਂ ਵਾਸਤੇ ਕਾਨੂੰਨ ਬਣਾਉਣਗੇ, ਉਹ ਸਾਰਾ ਕੁਝ ਇਹਦੇ ਵਿੱਚ ਆਊਗਾ। ਅੰਡਰਸਟੈਂਡ। ਦੂਸਰੀ ਚੀਜ਼, ਨੀਡ ਫੋਰ ਦਾ ਗਵਰਨਮੈਂਟ। ਮੇਰਾ ਬੱਚੇ ਇੱਥੇ ਸਵਾਲ ਇਹ ਆ ਕਿ ਵਾਈ ਡੂ ਵੀ ਨੀਡ ਅ ਗਵਰਨਮੈਂਟ? ਸਾਨੂੰ ਸਰਕਾਰ ਦੀ ਜ਼ਰੂਰਤ ਕਿਉਂ ਆ? ਹੁਣ ਆਪਾਂ ਤੁਹਾਨੂੰ ਪਤਾ ਹੀ ਆ ਕਿ ਜੀ ਨੌਕਰੀ ਲੈਣੀ ਆ ਤਾਂ ਧਰਨੇ, ਇਨਸਾਫ ਚਾਹੀਦਾ ਹੈ ਤਾਂ ਧਰਨੇ, ਸਾਨੇ ਕੋਈ ਆਪਣੀ ਮੰਗ ਰੱਖਣੀ ਆ ਤਾਂ ਧਰਨੇ, ਸਾਨੇ ਈਵਨ ਕਿ CM ਨਾਲ PM ਨਾਲ ਗੱਲਬਾਤ ਕਰਨੀ ਆ ਤਾਂ ਧਰਨੇ। ਫਿਰ ਸਾਨੂੰ ਸਰਕਾਰ ਦੀ ਜ਼ਰੂਰਤ ਕਿਉਂ ਆ? ਹਰ ਜਗ੍ਹਾ ਤੋਂ ਸਾਨੂੰ ਧਰਨੇ ਲਾਉਣੇ ਪੈਂਦੇ ਨੇ, ਹਰ ਜਗ੍ਹਾ ਦੇ ਉੱਪਰ ਤਾਂ ਅਸੀਂ ਸਰਕਾਰ ਦੇ ਖਿਲਾਫ ਗਤੀਵਿਧੀਆਂ ਕਰ ਰਹੇ ਹਾਂ, ਮਤਲਬ ਕਿ ਸਰਕਾਰ ਸਾਡੀ ਸੁਣਦੀ ਨਹੀਂ ਹੈਗੀ, ਸਰਕਾਰ ਸਾਡੀ ਮੰਨਦੀ ਨਹੀਂ ਹੈਗੀ। ਫਿਰ ਸਾਨੂੰ ਸਰਕਾਰ ਦੀ ਲੋੜ ਕਿਉਂ ਆ ਬਈ? ਵਾਈ ਡੂ ਵੀ ਨੀਡ ਅ ਗਵਰਨਮੈਂਟ? ਠੀਕ ਹੈ, ਇੱਥੇ ਨਾ ਮੈਂ ਤੁਹਾਨੂੰ ਛੋਟੀ ਜਿਹੀ ਬੱਚੇ ਇੱਕ ਐਗਜ਼ਾਮਪਲ ਦੂੰਗਾ, ਛੋਟੀ ਜਿਹੀ ਆਪਾਂ ਇੱਕ ਸਟੋਰੀ ਪੜ੍ਹਾਂਗੇ। ਮੈਂ ਉਮੀਦ ਕਰਦਾ ਕਿ ਉਸ ਸਟੋਰੀ ਤੋਂ ਬਾਅਦ ਤੁਹਾਨੂੰ ਕਾਫੀ ਕੁਝ ਕਲੈਰੀਫਾਈ ਹੋ ਜਾਊਗਾ, ਤੁਹਾਨੂੰ ਕਾਫੀ ਕੁਝ ਸਮਝ ਆ ਜਾਊਗਾ। ਠੀਕ ਹੈ, ਹੁਣ ਉਹ ਸਟੋਰੀ ਕੀ, ਉਹਨੂੰ ਧਿਆਨ ਨਾਲ ਦੇਖੋ। ਇੱਕ ਅਜਿਹੀ ਸੁਸਾਇਟੀ ਆ, ਇੱਕ ਅਜਿਹੀ ਸੁਸਾਇਟੀ ਆ ਜਿੱਥੇ ਦੇਰ ਇਜ਼ ਨੋ ਰੂਲ ਐਂਡ ਰੈਗੂਲੇਸ਼ਨ। ਇੱਕ ਅਜਿਹੀ ਸੁਸਾਇਟੀ ਆ ਜਿੱਥੇ ਦੇਰ ਇਜ਼ ਨੋ ਰੂਲ ਐਂਡ ਰੈਗੂਲੇਸ਼ਨ। ਈਵਨ ਕਿ ਬੱਚੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਰੂਲ ਐਂਡ ਰੈਗੂਲੇਸ਼ਨ ਹੁੰਦਾ ਕੀ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਨਿਯਮ ਕੀ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਵੋਟ ਕਿੰਨੇ ਸਾਲ ਦੀ ਉਮਰ 'ਚ ਪੈਣੀ ਹੈ ਤਾਂ ਵੱਧ ਦੀ ਗੱਲ ਹੈ, ਉਹਨਾਂ ਨੂੰ ਇਹੀ ਨਹੀਂ ਪਤਾ ਕਿ ਵੋਟ ਕੀ ਹੁੰਦੀ ਹੈ, ਉਹਨਾਂ ਨੂੰ ਨਹੀਂ ਪਤਾ ਕਿ ਸੜਕ ਦੇ ਸੱਜੇ ਪਾਸੇ ਚੱਲਣਾ ਜਾਂ ਖੱਬੇ ਪਾਸੇ ਚੱਲਣਾ, ਉਹਨਾਂ ਨੂੰ ਨਹੀਂ ਪਤਾ ਕਿ ਚੋਰੀ ਕਰਨ ਤੇ ਭਾਈ ਸਜ਼ਾ ਵੀ ਮਿਲਦੀ ਆ, ਉਹਨਾਂ ਨੂੰ ਇਹੀ ਨਹੀਂ ਪਤਾ ਕਿ ਚੋਰੀ ਕੀ ਹੁੰਦੀ ਹੈ। ਸੋਚ ਕੇ ਦੇਖੋ, ਇਮੇਜਿਨ ਕਰੋ ਇੱਕ ਅਜਿਹਾ ਸਮਾਜ, ਇੱਕ ਅਜਿਹੀ ਸੁਸਾਇਟੀ ਜਿੱਥੇ ਦੇਰ ਇਜ਼ ਨੋ ਰੂਲ ਐਂਡ ਰੈਗੂਲੇਸ਼ਨ, ਜਿੱਥੇ ਕੋਈ ਰੂਲ ਐਂਡ ਰੈਗੂਲੇਸ਼ਨ ਹੈਗਾ ਹੀ ਨਹੀਂ, ਜਿੱਥੇ ਲੋਕਾਂ ਨੂੰ ਪਤਾ ਹੀ ਨਹੀਂ ਰੂਲ ਐਂਡ ਰੈਗੂਲੇਸ਼ਨ ਕੀ ਹੈ। ਇਮੇਜਿਨ ਕਰ ਲਿਆ? ਇਮੇਜਿਨ। ਹੁਣ ਦੇਖੋ, ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੇ ਸੜਕ ਦੇ ਸੱਜੇ ਪਾਸੇ ਚੱਲਣਾ ਜਾਂ ਖੱਬੇ ਪਾਸੇ ਚੱਲਣਾ। ਇੱਕ ਉਧਰੋਂ ਪਰਸਨ ਆਇਆ, ਇੱਕ ਇੱਧਰੋਂ ਪਰਸਨ ਆਇਆ, ਆਪਸ ਦੇ ਵਿੱਚ ਉਹਨਾਂ ਦੀ ਟੱਕਰ ਹੋ ਗਈ। ਰਿਜ਼ਲਟ ਕੀ ਨਿਕਲੂਗਾ? ਇੱਕ ਦੂਜੇ ਨੂੰ ਕਹਿੰਦੇ ਚੱਲ ਕੋਈ ਨਾ ਭਾਈ, ਹੁੰਦਾ ਰਹਿੰਦਾ ਹੈ, ਤੂੰ ਆਪਦੇ ਰਸਤੇ ਮੈਂ ਆਪਦੇ ਰਸਤੇ। ਕੋਈ ਅੱਕਿਆ ਹੋਇਆ ਵੀ ਹੋ ਸਕਦਾ ਮੇਰੇ ਵਰਗਾ ਕਿ ਲੜਾਈ ਕਰਨ ਬੈਠ ਜਾਵੇ ਕਿ ਯਾਰ ਐਵੇਂ ਕਿਵੇਂ ਤੈਨੇ ਮਾਰ ਲਿਆ, ਤੈਨੂੰ ਦਿਖਦਾ ਨਹੀਂ ਹੈਗਾ, ਅੰਨਾ ਹੈ ਤੂੰ, ਐਵੇਂ ਕਿਵੇਂ ਮਾਰ ਲੇਗਾ ਤੂੰ, ਐਵੇਂ ਕਿਵੇਂ ਤੈਨੂੰ ਲਿਆ ਕੇ ਵਿੱਚ ਮਾਰ ਰਿਹਾ। ਸੋ ਰੂਲ ਐਂਡ ਰੈਗੂਲੇਸ਼ਨ ਕੋਈ ਨਹੀਂ, ਕਿਸੇ ਨੂੰ ਨਹੀਂ ਪਤਾ ਹੈਗਾ ਕਿ ਖੱਬੇ ਪਾਸੇ ਚੱਲਣਾ ਜਾਂ ਸੱਜੇ ਪਾਸੇ ਚੱਲਣਾ, ਕਿਸੇ ਨੂੰ ਕੁਝ ਨਹੀਂ ਪਤਾ ਹੈਗਾ। ਓਬਵੀਅਸ ਜੀ ਗੱਲ ਹੈ ਕਿ ਬੱਚੇ ਐਕਸੀਡੈਂਟ ਹੋਣਗੇ, ਐਕਸੀਡੈਂਟ ਹੈਪਨਸ। ਚਲੋ, ਕਿਸੇ ਬੰਦੇ ਨੇ ਚੋਰੀ ਕਰ ਲਈ, ਕਿਸੇ ਬੰਦੇ ਨੇ ਕਿਸੇ ਜਗ੍ਹਾ ਦੇ ਉੱਪਰ ਡਾਕਾ ਮਾਰ ਲਿਆ, ਲੋਕ ਦੁਖੀ ਨੇ, ਲੋਕ ਪਰੇਸ਼ਾਨ ਨੇ ਕਿ ਸਾਡੀਆਂ ਹਰ ਰੋਜ਼ ਚੀਜ਼ਾਂ ਚੋਰੀ ਹੋਈ ਜਾਂਦੀਆਂ ਨੇ, ਸਾਡਾ ਹਰ ਰੋਜ਼ ਦਾ ਨੁਕਸਾਨ ਹੁੰਦਾ ਹੈ, ਸਾਡੀ ਡੇਲੀ ਜਿਹੜੀ ਜ਼ਰੂਰਤ ਆ ਉਹਦਾ ਨੁਕਸਾਨ ਹੋ ਰਿਹਾ ਹੈ। ਕਿਹਦੇ ਕੋਲੇ ਜਾਣ ਲੋਕ? ਲੋਕਾਂ ਨੂੰ ਨਹੀਂ ਪਤਾ ਕਿ ਸਿਸਟਮ ਕਿਵੇਂ ਚੱਲਣਾ ਹੈ, ਲੋਕਾਂ ਨੂੰ ਨਹੀਂ ਪਤਾ ਕਿ ਰੂਲ ਐਂਡ ਰੈਗੂਲੇਸ਼ਨ ਕੀ ਆ, ਲੋਕ ਕਿਹਦੇ ਕੋਲੇ ਜਾਣ? ਤਾਂ ਇੱਥੇ ਦੇਖੋ ਬੱਚੇ, ਗਰੁੱਪ ਆਫ ਪੀਪਲ, ਆ ਤੁਹਾਡੀ ਇੱਕ ਸੁਸਾਇਟੀ ਆ, ਇਹਨੇ ਕੀ ਕੀਤਾ? ਕੁਝ ਬੰਦਿਆਂ ਨੂੰ ਇਕੱਠੇ ਕੀਤਾ। ਸਾਰੀ ਸੁਸਾਇਟੀ ਨੇ ਮੰਨਿਆ ਕਿ ਭਾਈ ਅਸੀਂ ਕੁਝ ਬੰਦੇ ਇਕੱਠੇ ਕਰਦੇ ਆ ਜਿਹੜੇ ਸਾਡੇ ਵਾਸਤੇ ਰੂਲ ਐਂਡ ਰੈਗੂਲੇਸ਼ਨ ਬਣਾਉਣਗੇ, ਜਿਹੜੇ ਸਾਡੇ ਵਾਸਤੇ ਰੂਲ ਐਂਡ ਰੈਗੂਲੇਸ਼ਨ ਬਣਾਉਣਗੇ। ਅਸੀਂ ਕੁਝ ਬੰਦੇ ਇਕੱਠੇ ਕਰਦੇ ਹਾਂ, ਅਸੀਂ ਸਾਰੇ ਮਿਲ ਕੇ ਚੂਜ਼ ਕੀਤੇ ਜਿਹੜੇ ਸਾਡੇ ਵਾਸਤੇ ਰੂਲ ਐਂਡ ਰੈਗੂਲੇਸ਼ਨ ਬਣਾ ਰਹੇ ਨੇ। ਓਕੇ ਜੀ, ਡਨ। ਇਹਨਾਂ ਨੇ ਅੱਛਾ ਨਾਲ ਹੀ ਕਿ ਵੀ ਜਿਹੜੇ ਵੀ ਇਹ ਰੂਲ ਐਂਡ ਰੈਗੂਲੇਸ਼ਨ ਬਣਾਉਣਗੇ ਆਪਾਂ ਇਹਨਾਂ ਦੀ ਗੱਲ ਮੰਨਾਂਗੇ। ਓਕੇ ਆ ਜੀ, ਡਨ। ਹੁਣ ਅਗਲਾ ਸਵਾਲ ਬੱਚੇ ਇੱਥੇ ਇਹ ਆ ਕਿ ਇਹਨਾਂ ਦੇ ਰੂਲ ਬਣਾਏ, ਰੂਲ ਐਂਡ ਰੈਗੂਲੇਸ਼ਨ ਆ ਪਈ ਆ, ਇੱਕ ਮੋਟੀ ਸਾਰੀ ਬੁਕਲੈਟ ਬਣ ਗਈ ਆ ਪਈ ਆ ਜਿਹੜੀ ਕਿ ਵੀ ਹੁਣ ਇਹਨੂੰ ਸਾਰੇ ਜਣੇ ਮੰਨਣਗੇ। ਸਵਾਲ ਇੱਥੇ ਫੇਰ ਆ ਗਿਆ, ਜੇ ਕਿਸੇ ਨੇ ਨਾ ਮੰਨਿਆ ਫੇਰ?
ਅਸੀਂ रूल एंड रेगूलेशन बनाई, ਅਸੀਂ ਇਹ ਚੀਜ਼ ਤੇ ਫਾਈਨਲਾਈਜ਼ ਹੋਏ ਕਿ ਭਾਈ ਇਸ ਚੀਜ਼ ਨੂੰ ਸਾਰੇ ਜਣੇ ਮੰਨਣਗੇ। ਜੇ ਕਿਸੇ ਨੇ ਨਾ ਮੰਨਿਆ ਫਿਰ ਤਾਂ ਕੀ ਕਰੋ, ਇੱਕ ਬੋਡੀ ਹੋਰ ਬਣਾ ਦਿਓ, ਇੱਕ ਗਰੁੱਪ ਹੋਰ ਬਣਾ ਦਿਓ ਜਿਹੜਾ ਕਿ ਐਗਜ਼ੀਕਿਊਟ ਕਰੂਗਾ, ਜਿਹੜਾ ਕਿ ਛਾਣਬੀਨ ਕਰੂਗਾ, ਜਿਹੜਾ ਕਿ ਦੇਖੂਗਾ ਕਿ ਭਾਈ ਆ ਸਾਰੇ ਲੋਕੀ रूल एंड रेगूलेशन ਮੰਨ ਵੀ ਰਹੇ ਨੇ ਜਾਂ ਨਹੀਂ, ਆ ਸਾਰੇ ਲੋਕੀ ਅਕੋਰਡਿੰਗ ਟੂ रूल एंड रेगूलेशन ਚੱਲ ਵੀ ਰਹੇ ਨੇ ਜਾਂ ਨਹੀਂ। ਓਕੇ ਜੀ, ਇੱਕ ਸਾਨੇ ਬੋਡੀ ਬਣਾਤੀ, ਆਹੀ ਲੋਕਾਂ ਦੇ ਵਿੱਚੋਂ ਇੱਕ ਸਾਨੇ ਬੋਡੀ ਬਣਾਤੀ रूल एंड रेगूलेशन ਜਿਹੜੀ ਬਣਾਊਗੀ, ਇੱਕ ਅਸੀਂ ਬੋਡੀ ਬਣਾਤੀ ਜਿਹੜੀ ਕਿ रूल एंड रेगूलेशन ਨੂੰ ਚੈੱਕ ਆਊਟ ਕਰੂਗੀ, ਇੱਕ ਅਸੀਂ ਬੋਡੀ ਬਣਾ ਰਹੇ ਹਾਂ ਜਿਹੜੀ ਕਿ ਅਗਰ ਕੋਈ ਕਰਪਟ ਪਾਇਆ ਗਿਆ, ਅਗਰ ਕੋਈ ਕ੍ਰਿਮੀਨਲ ਪਾਇਆ ਗਿਆ, ਅਗਰ ਕੋਈ ਜਿਹੜਾ ਇਹਨਾਂ ਚੀਜ਼ਾਂ ਨੂੰ ਨਹੀਂ ਮੰਨੂਗਾ ਉਹ ਪਾਇਆ ਗਿਆ, ਜਿਹੜੀ ਕਿ ਉਹਨਾਂ ਨੂੰ ਜਸਟਿਸ ਦਊਗੀ, ਜਿਹੜੀ ਕਿ ਉਹਨਾਂ ਨੂੰ ਜਸਟਿਸ ਦਊਗੀ। ਤਾਂ ਆ ਕੀ ਚੀਜ਼ਾਂ ਨੇ, ਇਹਦੇ ਵਿੱਚੋਂ ਸਭ ਤੋਂ ਪਹਿਲੀ ਆ ਕੀ ਚੀਜ਼ ਆ, ਇਹ ਤੁਹਾਡੀ ਸਰਕਾਰ ਜਿਹੜੀ ਤੁਹਾਡੇ ਵਾਸਤੇ रूल एंड रेगूलेशन ਬਣਾਉਂਦੀ ਆ ਤਾਂ ਕਿ ਤੁਹਾਡੀ ਜ਼ਿੰਦਗੀ ਆਸਾਨੀ ਨਾਲ ਚੱਲ ਸਕੇ, ਤਾਂ ਕਿ ਤੁਹਾਨੂੰ ਬੇਸਿਕ ਨੀਡਸ ਮਿਲ ਸਕਣ, ਤਾਂ ਕਿ ਤੁਹਾਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਹੋ ਸਕਣ, ਤਾਂ ਕਿ ਤੁਹਾਡੇ ਵਾਸਤੇ ਜਿੰਨੀਆਂ ਵੱਧ ਤੋਂ ਵੱਧ ਸਹੂਲਤਾਂ ਆ ਸਕਦੀਆਂ ਨੇ ਉਹ ਲੈ ਕੇ ਆਈਆਂ ਜਾ ਸਕਣ, ਤਾਂ ਕਿ ਤੁਹਾਨੂੰ ਬਾਹਰਲੇ ਹਮਲਿਆਂ ਤੋਂ ਸੁਰੱਖਿਅਤ ਰੱਖਿਆ ਜਾਵੇ, ਤਾਂ ਕਿ ਤੁਹਾਡੇ ਤੋਂ ਕੋਈ ਆ ਕੇ ਅਟੈਕ ਨਾ ਕਰ ਜਾਵੇ, ਤਾਂ ਕਿ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਦੇयर ਆਰ ਸੋ ਮੈਨੀ ਥਿੰਗਸ, ਵਾਈ ਡੂ ਵੀ ਨੀਡ ਅ ਗਵਰਨਮੈਂਟ। ਇਸ ਕਰਕੇ ਸਾਨੂੰ ਸਰਕਾਰ ਦੀ ਜ਼ਰੂਰਤ ਆ, ਇਸ ਕਰਕੇ ਸਾਨੂੰ ਗਵਰਨਮੈਂਟ ਦੀ ਜ਼ਰੂਰਤ ਆ, ਤਾਂ ਕਿ ਸਾਡੇ ਵਾਸਤੇ ਇੱਕ ਅੱਛੀ ਸਿਸਟਮ, ਇੱਕ ਅੱਛਾ ਸਿਸਟਮ ਬਣ ਸਕੇ। ਅੰਡਰਸਟੈਂਡ ਵਾਈ ਡੂ ਵੀ ਨੀਡ ਅ ਗਵਰਨਮੈਂਟ। ਹੁਣ ਅਸੀਂ ਗੱਲ ਕਰਨੀ ਹੈ ਬੱਚੇ ਲੈਵਲ ਆਫ ਦੀ ਗਵਰਨਮੈਂਟ। ਤਾਂ ਲੈਵਲ ਆਫ ਦੀ ਗਵਰਨਮੈਂਟ 'ਚ ਅਸੀਂ ਗੱਲ ਕਰਾਂਗੇ, ਸਭ ਤੋਂ ਵੱਡਾ ਲੈਵਲ ਆ ਗਿਆ ਸੈਂਟਰ ਲੈਵਲ। ਸੈਂਟਰ ਲੈਵਲ ਦੀ ਜਿਹੜੀ ਸਰਕਾਰ ਆ ਉਹ ਸਭ ਤੋਂ ਵੱਡੀ ਸਰਕਾਰ ਆ, ਸਭ ਤੋਂ ਵੱਡਾ ਲੈਵਲ ਆ ਗਿਆ। ਇਹਦੇ ਵਿੱਚ ਬਣਦੇ ਹੁੰਦੇ ਨੇ MP, ਮੈਂਬਰ ਆਫ ਪਾਰਲੀਮੈਂਟ। ਤੇ ਆਹ ਕੀ ਆ, ਇਹ ਤੁਹਾਡੀ ਪਾਰਲੀਮੈਂਟ ਹੀ ਆ। ਆਪਾਂ ਅੱਗੇ ਜਾ ਕੇ ਇਨ ਡਿਟੇਲ ਕਵਰ ਕਰਾਂਗੇ, ਮੈਂ ਗਰੰਟੀ ਦਿੰਦਾ ਕਿ ਤੁਸੀਂ ਭੁੱਲ ਕੇ ਦਿਖਾ ਦਿਓ, ਇਸ ਤਰੀਕੇ ਨਾਲ ਆਪਾਂ ਕਵਰ ਕਰਾਂਗੇ। MP ਇਹਦੇ ਵਿੱਚੋਂ ਹੀ ਤੁਹਾਡੇ ਦੇਸ਼ ਦਾ ਨਿਕਲਦਾ ਹੁੰਦਾ ਇੱਕ PM, ਪ੍ਰਾਈਮ ਮਿਨਿਸਟਰ। ਸੈਂਟਰ ਲੈਵਲ ਹੋ ਗਿਆ। ਉਸ ਤੋਂ ਬਾਅਦ ਬੱਚੇ ਆਪਣੇ ਕੋਲੇ ਆ ਰਿਹਾ ਸਟੇਟ ਲੈਵਲ। ਸਟੇਟ ਲੈਵਲ ਦੇ ਵਿੱਚ ਹੁੰਦੇ ਨੇ MLA, ਜਿਹਦੇ ਵਿੱਚੋਂ ਆਉਂਦਾ ਹੁੰਦਾ ਤੁਹਾਡਾ CM। ਲਾਈਕ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ, ਭਗਵੰਤ ਮਾਨ। ਸਟੇਟ ਲੈਵਲ ਦੀ ਹੋਗੀ ਸਾਡੇ ਕੋਲ ਇੱਕ ਸਰਕਾਰ, ਇੱਕ ਹੋਗੀ ਸੈਂਟਰ ਲੈਵਲ ਦੀ, ਇੱਕ ਹੋਗੀ ਸਟੇਟ ਲੈਵਲ ਦੀ, ਇੱਕ ਹੁੰਦੀ ਹੈ ਬੱਚੇ ਸਾਡੇ ਕੋਲੇ ਲੋਕਲ ਲੈਵਲ ਦੀ। ਲੋਕਲ ਲੈਵਲ ਬੱਚੇ ਪਹਿਲਾਂ ਨਹੀਂ ਹੁੰਦਾ ਸੀਗਾ, ਇਹ ਬਾਅਦ ਦੇ ਵਿੱਚ ਇੰਟਰੋਡਿਊਸ ਹੋਇਆ। ਜਦੋਂ ਵੀ ਇੰਟਰੋਡਿਊਸ ਹੋਇਆ ਆਪਾਂ ਇਹਦੇ ਬਾਰੇ ਵੀ ਡਿਸਕਸ਼ਨ ਕਰਨੀ ਹੈ, ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਦੋਂ ਇੰਟਰੋਡਿਊਸ ਹੋਇਆ, ਠੀਕ ਹੈ, ਸਾਰਾ ਆਪਾਂ ਡਿਟੇਲ 'ਚ ਕਰਾਂਗੇ। ਫਿਲਹਾਲ ਲੋਕਲ ਲੈਵਲ, ਇਹਨੂੰ ਅੱਗੇ ਦੋ ਭਾਗਾਂ 'ਚ ਵੰਡਦੇ ਹਾਂ। ਇੱਕ ਹੁੰਦੀਆਂ ਨੇ ਬੱਚੇ ਮਿਊਨਿਸਪੈਲਿਟੀਜ਼ ਤੇ ਇੱਕ ਹੁੰਦੇ ਨੇ ਪੰਚਾਇਤਾਂ। ਜਿਹੜਾ ਤੁਹਾਡਾ ਲੋਕਲ ਲੈਵਲ ਆ ਇਹ ਹੁੰਦਾ ਹੈ ਦੋ ਭਾਗਾਂ 'ਚ, ਇੱਕ ਹੁੰਦੀ ਹੈ ਮਿਊਨਿਸਪੈਲਿਟੀ, ਇੱਕ ਹੁੰਦੀਆਂ ਨੇ ਪੰਚਾਇਤਾਂ। ਅੰਡਰਸਟੈਂਡ, ਇਹ ਆ ਗਿਆ ਸਾਡਾ ਲੈਵਲ ਆਫ ਦੀ ਗਵਰਨਮੈਂਟ। ਇਸ ਤੋਂ ਬਾਅਦ ਬੱਚੇ ਸਾਡੇ ਕੋਲੇ ਆ ਰਿਹਾ ਹੈ ਆਰਗਨਸ ਆਫ ਦੀ ਗਵਰਨਮੈਂਟ। ਆਰਗਨਸ ਆਫ ਦੀ ਗਵਰਨਮੈਂਟ, ਆਰਗਨ ਕੀ ਹੁੰਦੇ ਨੇ? ਆ ਸਾਰੇ ਜਿਹੜੇ ਆਪਾਂ ਡਿਸਕਸ ਕੀਤੇ ਨੇ ਆ ਤੁਹਾਡੇ ਆਰਗਨ ਹੀ ਨੇ। रूल एंड रेगुलेशन कौन बना रहा है? लेजिस्लेचर। कौन एग्जीक्यूट कर रहा है? एग्जीक्यूटिव। फैसले कौन कर रहा है? सजावां कौन दे रहा है? इंसाफ कौन कर रहा है? जुडिशियरी। अंडरस्टैंड, आ तुहाडे ऑर्गन ने, लेजिस्लेचर, एग्जीक्यूटिव, जुडिशियरी तुहाडे ऑर्गन्स ने है। अंडरस्टैंड, समझ आ गया? फैसले कौन करूगा, चेकआउट कौन करूगा? एग्जीक्यूटिव ਦੇ ਵਿੱਚ ਸਾਰੇ ਸਿਵਲ ਆਫੀਸਰ ਆ ਜਾਂਦੇ ਨੇ, ਪ੍ਰਾਈਮ ਮਿਨਿਸਟਰ ਆ ਜਾਂਦਾ ਹੈ, ਪ੍ਰੈਜ਼ੀਡੈਂਟ ਆ ਜਾਂਦਾ ਹੈ। ਜੁਡੀਸ਼ਰੀ ਫੈਸਲੇ ਕੌਣ ਕਰੂਗਾ? ਮਤਲਬ ਕਿ ਕਿੱਥੋਂ ਨਿਕਲੇ ਹੋਏ ਨੇ ਇਹ ਸਾਰੇ? ਇੱਕ ਸੁਸਾਇਟੀ ਦੇ ਵਿੱਚੋਂ ਨਿਕਲੇ ਹੋਏ ਨੇ, ਇੱਕ ਸੁਸਾਇਟੀ ਦੇ ਵਿੱਚੋਂ ਨਿਕਲ ਕੇ ਸਾਡੇ ਸਾਹਮਣੇ ਲਿਆਂਦੇ ਸਨ, ਅਸੀਂ ਖੁਦ ਲੈ ਕੇ ਆਏ ਹੋਏ ਹਾਂ। ਸੋ ਇਸ ਤੋਂ ਬਾਅਦ ਸਾਡੇ ਕੋਲੇ ਬੱਚੇ ਆ ਰਿਹਾ ਹੈ ਟਾਈਪਸ ਆਫ ਦੀ ਗਵਰਨਮੈਂਟ। ਹੁਣ ਇਹਦੇ ਵਿੱਚ ਆਪਾਂ 2-3 ਟਾਈਪ ਕਵਰ ਕਰਾਂਗੇ, ਉਂਝ ਦੇਖਣ ਨੂੰ ਬਹੁਤ ਸਾਰੀਆਂ ਨੇ। मैं उम्मीद करदा कि इत्थे तक तो थोड़े सारा समझ होगा। इस तो अगे आपां 2-3 टाइप ने जिहड़ियां ओह कवर करांगे। सब तो पहली टाइप किहड़ी आ, या 2-3 जिहड़ियां टाइप ने जिहदे विच आ गई तुहाडी बुक कह रही आ ऑर्गन्स हो गए, अपने लैवल्स हो गए, टाइप्स, मोनार्की सिस्टम।
ਮੋਨਾਰਕੀ ਸਿਸਟਮ। ਤੁਹਾਡੀ ਬੁੱਕ ਕਹਿ ਰਹੀ ਹੈ ਡੈਮੋਕ੍ਰੇਸੀ। ਡੈਮੋਕ੍ਰੇਸੀ। ਤੁਹਾਡੀ ਬੁੱਕ ਕਹਿ ਰਹੀ ਹੈ ਡਿਕਟੇਟਰਸ਼ਿਪ। ਡਿਕਟੇਟਰਸ਼ਿਪ। ਹੁਣ ਵਾਟ ਯੂ ਮੀਨ ਬਾਈ ਮੋਨਾਰਕੀ? ਮੋਨਾਰਕੀ ਕੀ ਹੁੰਦੀ ਹੈ? ਅਸਲ ਦੇ ਵਿੱਚ ਬੱਚੇ, ਜਦੋਂ ਇੱਕ ਹੀ ਪੀੜ੍ਹੀ ਦੇ ਲੋਕ, ਜਦੋਂ ਇੱਕ ਹੀ ਜਨਰੇਸ਼ਨ ਦੇ ਲੋਕ, ਜਦੋਂ ਇੱਕ ਹੀ ਰਾਜ ਦੇ ਲੋਕ ਰਾਜ ਕਰਦੇ ਹੋਣ, ਉਹਨੂੰ ਅਸੀਂ ਮੋਨਾਰਕੀ ਸਿਸਟਮ ਕਹਿੰਦੇ ਹਾਂ। ਜਿਵੇਂ ਸਾਊਦੀ ਅਰੇਬੀਆ ਚੱਲ ਰਿਹਾ ਹੈ, ਇੱਕ ਰਾਜਾ ਉਹ ਰਾਜ ਕਰ ਰਿਹਾ ਹੈ, ਉਹ ਮਰਿਆ, ਉਹਦੀ ਔਲਾਦ ਆਈ, ਉਹ ਰਾਜ ਕਰਨ ਲੱਗ ਗਈ। ਉਹਨਾਂ 'ਚੋਂ ਮਰਿਆ ਕੋਈ, ਉਹਨਾਂ ਦੀ ਅੱਗੇ ਔਲਾਦ ਆਈ, ਉਹ ਰਾਜ ਕਰਨ ਲੱਗ ਗਈ, ਉਹਨਾਂ ਦੀ ਅੱਗੇ ਔਲਾਦ ਆਈ, ਉਹ ਰਾਜ ਕਰਨ ਲੱਗ ਗਈ। ਠੀਕ ਹੈ, ਉਹਨੂੰ ਅਸੀਂ ਮੋਨਾਰਕੀ ਸਿਸਟਮ ਕਹਿੰਦੇ ਹਾਂ। ਜਦੋਂ ਇੱਕ ਹੀ ਰਾਜ ਦੇ ਵਿੱਚੋਂ, ਜਦੋਂ ਇੱਕ ਹੀ ਘਰਾਣੇ ਦੇ ਵਿੱਚੋਂ ਰਾਜ ਕੀਤਾ ਜਾਂਦਾ ਹੈ। ਅੰਡਰਸਟੈਂਡ। ਦੂਸਰਾ ਬੱਚੇ ਆਪਣੇ ਕੋਲ ਆ ਰਿਹਾ ਹੈ ਡੈਮੋਕ੍ਰੇਸੀ। ਸਭ ਤੋਂ ਵੱਡੀ ਐਗਜ਼ਾਮਪਲ ਆਪਣਾ ਇੰਡੀਆ, ਜਿੱਥੇ ਮੈਂ ਹੁਣੇ ਦੱਸਿਆ ਸੁਸਾਇਟੀ ਦੇ ਵਿੱਚੋਂ ਲੋਕ ਚੂਜ਼ ਕੀਤੇ ਜਾਂਦੇ ਨੇ। ਸੁਸਾਇਟੀ ਦੇ ਵਿੱਚੋਂ ਲੋਕ ਵਾਇਆ ਵੋਟ ਚੂਜ਼ ਕੀਤੇ ਜਾਂਦੇ ਨੇ। ਡੈਮੋਕ੍ਰੇਸੀ, ਲੋਕਤੰਤਰ, ਲੋਕਾਂ ਦਾ ਤੰਤਰ, ਜਿੱਥੇ ਲੋਕ ਦੱਸਦੇ ਨੇ ਕਿ ਹਾਂ ਵੀ ਸਾਡੇ ਉੱਪਰ ਕੌਣ ਰੂਲ ਕਰੂਗਾ। ਅੰਡਰਸਟੈਂਡ। ਇਸ ਤੋਂ ਬਾਅਦ ਸਾਡੇ ਕੋਲ ਆ ਰਹੀ ਆ ਡਿਕਟੇਟਰਸ਼ਿਪ। ਡਿਕਟੇਟਰਸ਼ਿਪ ਦੀ ਤੁਸੀਂ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਸਾਊਥ ਜਾਂ ਫਿਰ ਨਾਰਥ, ਜਿਹੜਾ ਵੀ ਕੋਰੀਆ ਹੈ, ਜਿਹਦੇ ਵਿੱਚ ਕਿਮ ਜੋਂਗ ਆ, ਇਹਦੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ। ਡਿਕਟੇਟਰ ਆ ਉਹ। ਜਾਂ ਫਿਰ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਬੱਚੇ ਹਿਟਲਰ ਦੀ। ਉਹ ਡਿਕਟੇਟਰ ਸੀਗਾ। ਉਹ ਵਾਲੇ ਡਿਕਟੇਟਰ ਜਿਹੜੇ ਆਪਣੀ ਮਨਮਰਜ਼ੀ ਕਰਦੇ ਨੇ, ਜਿਹੜੇ ਕਹਿੰਦੇ ਨੇ ਕਿ ਸਾਡੇ ਅਕੋਰਡਿੰਗ ਸਿਸਟਮ ਚੱਲੂਗਾ, ਜਿਹੜੇ ਕਹਿੰਦੇ ਨੇ ਕਿ ਹੋ ਗਿਆ ਜਾਂ ਨਹੀਂ ਹੋਇਆ। ਆਹ ਸਿਸਟਮ ਨਹੀਂ ਕਿ ਭਾਈ ਵੋਟਾਂ ਪਵਾ ਕੇ ਦੇਖ ਲਓ ਹੋਣਾ ਜਾਂ ਨਹੀਂ ਹੋਣਾ ਹੈਗਾ। ਡਿਕਟੇਟਰਸ਼ਿਪ ਮੇਰੇ ਖਿਆਲ 'ਚ ਤਾਨਾਸ਼ਾਹੀ, ਬਹੁਤ ਅੱਛੀ ਤਰ੍ਹਾਂ ਤੁਸੀਂ ਇਸ ਨਾਮ ਤੋਂ ਜਾਣੂ ਹੋ। ਠੀਕ ਹੈ। ਸੋ ਨੀਡ ਸਾਨੂੰ ਜ਼ਰੂਰਤ ਕਿਉਂ ਆ? ਲੈਵਲ ਆਫ ਦੀ ਗਵਰਨਮੈਂਟ 3 ਤਰ੍ਹਾਂ ਦੇ ਹੁੰਦੇ ਨੇ। ऑर्गन्स ऑफ द गवर्नमेंट ਇਹ ਵੀ 3 ਤਰ੍ਹਾਂ ਦੇ ਹੁੰਦੇ ਨੇ, ਆਪਾਂ ਡਿਸਕਸ ਕਰ ਲਏ। ਟਾਈਪਸ ਆਫ ਦ ਗਵਰਨਮੈਂਟ ਵੈਸੇ ਬਹੁਤ ਹੁੰਦੀਆਂ ਨੇ, ਆਪਾਂ ਜਸਟ 3 ਡਿਸਕਸ ਕਰ ਰਹੇ ਹਾਂ। ਇਸ ਤੋਂ ਇਲਾਵਾ ਆਪਣੇ ਕੋਲੇ ਆਰਮੀ ਰੂਲ ਵੀ ਹੁੰਦਾ ਹੈ। ਆਰਮੀ ਰੂਲ ਆਪਣੇ ਕੋਲੇ ਮੋਨਾਰਕੀਅਲ ਪ੍ਰੈਜ਼ੀਡੈਂਸੀ ਵੀ ਹੁੰਦੀ। ਮੋਨਾਰਕੀ ਸਿਸਟਮ ਤਾਂ ਹੋ ਗਿਆ। ਆਪਣੇ ਕੋਲ ਇੱਕ ਹੁੰਦੀ ਆ ਪਾਰਲੀਮੈਂਟਰੀ ਸਿਸਟਮ ਹੁੰਦਾ ਹੈ। ਪਾਰਲੀਮੈਂਟਰੀ ਸਿਸਟਮ ਹੁੰਦਾ ਹੈ। ਇੱਕ ਹੁੰਦੀ ਆਪਣੇ ਕੋਲੇ ਕਨਸਟੀਟਿਊਸ਼ਨਲ ਪਾਰਲੀਮੈਂਟਰੀ ਸਿਸਟਮ ਹੁੰਦਾ ਹੈ। ਮਤਲਬ ਕਿ ਕਈ ਤਰ੍ਹਾਂ ਦੇ ਸਰਕਾਰਾਂ ਹੋ ਸਕਦੀਆਂ ਨੇ। ਮੇਨਲੀ ਆਪਾਂ 3 ਡਿਸਕਸ ਕਰ ਲਈਆਂ, ਬਹੁਤ ਨੇਗੀਆਂ। ਇਸ ਤੋਂ ਬਾਅਦ ਬੱਚੇ 2 ਚੀਜ਼ਾਂ ਤੁਹਾਡੇ ਵਾਸਤੇ ਦੱਸਣੀਆਂ ਨੇ ਮੈਨੂੰ। ਯੂਨੀਵਰਸਲ ਅਡਲਟ ਫਰੈਂਚਾਈਜ਼, ਇਹਦੀ ਡਿਟੇਲ ਇਹ ਤਾਂ ਜਸਟ ਇਹ ਸਮਝ ਲਓ ਕਿ ਇੰਟਰੋਡਕਸ਼ਨ ਜੀ ਆ, ਹਾਲੇ ਤਾਂ ਆਪਾਂ ਸ਼ੁਰੂਆਤ ਕੀਤੀ ਆ, ਮੈਨ ਤਾਂ ਆਪਣੇ ਅੱਗੇ ਜਾ ਕੇ ਪੜ੍ਹਨਾ ਹੈ। ਯੂਨੀਵਰਸਲ ਅਡਲਟ ਫਰੈਂਚਾਈਜ਼, ਵਾਟ ਯੂ ਮੀਨ ਬਾਈ ਯੂਨੀਵਰਸਲ ਅਡਲਟ ਫਰੈਂਚਾਈਜ਼? ਦੇਖਣ ਨੂੰ ਨਾਮ ਬਹੁਤ ਔਖਾ ਹੈ। ਸਿੰਪਲ ਜੀ ਭਾਸ਼ਾ ਦੇ ਵਿੱਚ ਯੂਨੀਵਰਸਲ ਅਡਲਟ ਫਰੈਂਚਾਈਜ਼ ਜਦੋਂ ਬਿਨਾਂ ਕਿਸੇ ਭੇਦਭਾਵ ਤੋਂ, ਰੰਗ ਦਾ, ਜਾਤ ਦਾ, ਕਾਲੇ ਗੋਰੇ ਦਾ, ਮੋਟੇ ਪਤਲੇ ਦਾ, ਅਮੀਰ ਗਰੀਬ ਦਾ, ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਹਰ ਇੱਕ ਪਰਸਨ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ, ਉਹਨੂੰ ਅਸੀਂ ਕਹਿੰਦੇ ਹਾਂ ਯੂਨੀਵਰਸਲ ਅਡਲਟ ਫਰੈਂਚਾਈਜ਼। ਜਦੋਂ ਹਰ ਪਰਸਨ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ। ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਜਿਹਦੀ ਉਮਰ 18 ਸਾਲ ਹੋ ਗਈ, ਨੋ ਡਾਊਟ ਉਹ ਅਮੀਰ ਆ, ਕੋਈ ਚੱਕਰ ਨਹੀਂ ਹੈਗਾ ਉਹ ਗਰੀਬ ਆ, ਕੋਈ ਚੱਕਰ ਨਹੀਂ ਹੈਗਾ ਉਹਦੀ ਉਮਰ ਬਹੁਤ ਬਜ਼ੁਰਗ ਹੋ ਗਿਆ ਹੋ, ਕੋਈ ਚੱਕਰ ਨਹੀਂ ਹੈ ਕਿ ਉਹਦੀ ਉਮਰ ਸਿਰਫ 18 ਸਾਲ, ਕੋਈ ਚੱਕਰ ਨਹੀਂ ਹੈਗਾ ਕਿ ਉਹ ਕਾਲਾ ਹੈ, ਕੋਈ ਚੱਕਰ ਨਹੀਂ ਹੈਗਾ ਕਿ ਉਹ ਗੋਰਾ ਹੈ, ਕੋਈ ਚੱਕਰ ਨਹੀਂ ਹੈਗਾ ਕਿ ਉਹ ਮੋਟਾ ਹੈ, ਕੋਈ ਪਤਲਾ ਹੈ, ਕੋਈ ਚੱਕਰ ਨਹੀਂ ਹੈਗਾ ਕਿ ਭਾਈ ਕੁੜੀ ਆ ਉਹ, ਕੋਈ ਮਸਲਾ ਨਹੀਂ ਹੈਗਾ ਕਿ ਉਹ ਮੁੰਡਾ ਹੈ। ਸਿੰਪਲ ਜੀ ਭਾਸ਼ਾ 'ਚ ਸਿਰਫ ਇੱਕ ਸ਼ਰਤ ਆ ਕਿ ਉਹਦੀ ਉਮਰ 18 ਸਾਲ ਹੋਣੀ ਚਾਹੀਦੀ ਆ। ਇਹ ਤੋਂ ਬਾਅਦ ਉਹ ਜੋ ਮਰਜ਼ੀ ਆ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਹੈ, ਉਹਦੇ ਕੋਲੇ ਰਾਈਟ ਟੂ ਵੋਟ ਹੈਗਾ ਹੈ। ਅਗਰ ਆਹ ਚੀਜ਼ ਆ, ਇਸ ਚੀਜ਼ ਨੂੰ ਅਸੀਂ ਕਹਿੰਦੇ ਆ ਯੂਨੀਵਰਸਲ ਅਡਲਟ ਫਰੈਂਚਾਈਜ਼। ਐਂਟੀ ਅਪਾਰਥਾਈਡ ਆਪਾਂ ਥੋੜਾ ਜਿਹਾ ਅਪਰੋਚ ਆ ਜਿਹੜੀ ਆਪਾਂ ਇਹਦੇ ਬਾਰੇ ਥੋੜੀ ਜਿਹੀ ਡਿਸਕਸ਼ਨ ਕਰਦੇ ਹਾਂ। ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਲੋਕਾਂ ਨੇ, ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਲੋਕਾਂ ਨੇ, ਕਿਹੜੇ ਲੋਕਾਂ ਨੇ? ਸਾਊਥ ਅਫਰੀਕਾ ਦੇ, ਸਾਊਥ ਅਫਰੀਕਾ ਦੇ ਲੋਕਾਂ ਨੇ ਕਾਫੀ ਜ਼ਿਆਦਾ ਬੱਚੇ ਸਟਰਗਲ ਕੀਤਾ ਸੀਗਾ ਯੂਨੀਵਰਸਲ ਅਡਲਟ ਫਰੈਂਚਾਈਜ਼ ਦੇ ਲਈ। ਸਾਊਥ ਅਫਰੀਕਾ ਦੇ ਲੋਕਾਂ ਨੇ ਕਾਫੀ ਜ਼ਿਆਦਾ ਸਟਰਗਲ ਕੀਤਾ ਸੀਗਾ ਯੂਨੀਵਰਸਲ ਅਡਲਟ
ਫਰੈਂਚਾਈਜ਼ ਦੇ ਲਈ। ਹਾਂ, ਅਸਲ ਦੇ ਵਿੱਚ ਨਾ ਉੱਥੇ ਕਾਲਿਆਂ ਦੀ ਗੋਰਿਆਂ ਦੀ ਸਰਕਾਰ ਸੀਗੀ, ਜਿਵੇਂ ਆਪਣੇ ਇੰਡੀਆ ਦੇ ਵਿੱਚ ਗੋਰਿਆਂ ਦੀ ਸਰਕਾਰ ਸੀਗੀ, ਗੋਰਿਆਂ ਦਾ ਰਾਜ ਸੀਗਾ, ਉਵੇਂ ਸਾਊਥ ਅਫਰੀਕਾ ਦੇ ਵਿੱਚ ਵੀ ਗੋਰਿਆਂ ਦਾ ਰਾਜ ਸੀਗਾ, ਗੋਰਿਆਂ ਦੀ ਸਰਕਾਰ ਸੀਗੀ। ਉੱਥੇ ਬੱਚੇ ਇੱਕ ਸਿਸਟਮ ਚਲਾਇਆ ਜਾਂਦਾ ਸੀਗਾ ਅਪਾਰਥਾਈਡ। ਉੱਥੇ ਇੱਕ ਸਿਸਟਮ ਚਲਾਇਆ ਜਾਂਦਾ ਸੀਗਾ ਅਪਾਰਥਾਈਡ ਸਿਸਟਮ। ਅਪਾਰਥਾਈਡ ਦਾ ਮਤਲਬ ਕੀ ਆ? ਅਪਾਰਥਾਈਡ ਦਾ ਮਤਲਬ ਹੁੰਦਾ ਹੈ ਜਦੋਂ ਤੁਹਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ, ਜਦੋਂ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਔਨ ਦਾ ਬੇਸਿਸ ਆਫ ਬਲੈਕ ਐਂਡ ਵਾਈਟ, ਔਨ ਦਾ ਬੇਸਿਸ ਆਫ ਕਲਰਸ, ਰੰਗ ਦੇ ਆਧਾਰ ਤੇ ਜਦੋਂ ਤੁਹਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ, ਉਸ ਚੀਜ਼ ਨੂੰ ਅਸੀਂ ਕਹਿੰਦੇ ਆ ਅਪਾਰਥਾਈਡ। ਲੋਕਾਂ ਨੇ ਉਹਦੇ ਖਿਲਾਫ ਸਟਰਗਲ ਕੀਤੇ ਤੇ ਇੱਕ ਨਾਮ ਕਾਫੀ ਫੇਮਸ ਹੋਇਆ, ਨੈਲਸਨ ਮੰਡੇਲਾ। ਨੈਲਸਨ ਮੰਡੇਲਾ। ਕੁਝ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਕਿ ਇਹ 28 ਸਾਲ ਜੇਲ੍ਹ 'ਚ ਰਿਹਾ, 28 ਇਅਰਸ ਇਨ ਜੇਲ੍ਹ, ਇਸੇ ਚੱਕਰ ਦੇ ਵਿੱਚ ਅਪਾਰਥਾਈਡ ਦੇ ਖਿਲਾਫ ਆਵਾਜ਼ ਉਠਾਉਣ ਦੇ ਵਿੱਚ। ਕੁਝ ਕਿਤਾਬਾਂ 'ਚ ਲਿਖਿਆ ਹੋਇਆ ਕਿ 27 ਸਾਲ ਜੇਲ੍ਹ 'ਚ ਰਿਹਾ। ਹੁਣ ਅਗਰ ਮੈਂ NCERT ਕਿਤਾਬ ਦੀ ਗੱਲ ਕਰਾਂ, ਤੁਹਾਡੀ 9th ਕਲਾਸ ਦੀ NCERT 'ਚ ਲਿਖਿਆ ਹੋਇਆ ਕਿ ਭਾਈ ਇਹ 28 ਸਾਲ ਜੇਲ੍ਹ 'ਚ ਰਿਹਾ ਸੀਗਾ ਨੈਲਸਨ ਮੰਡੇਲਾ। ਬਟ ਅਦਰਵਾਈਜ਼ ਅਗਰ ਮੈਂ ਜਗ੍ਹਾ ਕਿਤੇ ਹੋਰ ਨੋਟਸਾਂ ਦੇ ਵਿੱਚ ਦੇਖਦਾ, ਕਿਤੇ ਹੋਰ ਨੈਟ ਵਗੈਰਾ ਤੇ ਦੇਖਦਾ, ਤੁਸੀਂ ਲਿਖਿਆ 27 ਸਾਲ। ਸੋ ਹੁਣ ਡਿਪੈਂਡ ਕਰਦਾ ਬੱਚੇ ਕਿ ਤੁਹਾਡੇ ਕੋਲੇ ਆਪਸ਼ਨ 'ਚ ਕੀ ਹੁੰਦਾ ਹੈ। ਹਾਂ, ਮੰਨ ਲਓ 28 ਵੀ ਆ ਗਿਆ, 27 ਵੀ ਆ ਗਿਆ, ਤਾਂ ਫਿਰ ਸਵਾਲ ਇਹ ਉੱਠਦਾ ਕਿ ਅਸੀਂ ਕਿਹੜਾ ਲਿਖੀਏ। ਤਾਂ ਬੱਚੇ ਮੈਂ ਅਗਰ ਆਪਣਾ ਪਰਸਨਲੀ ਦੱਸਾਂ ਤਾਂ ਮੈਂ 28 ਲਿਖ ਕੇ ਆਊਂਗਾ। ਉਹਦਾ ਰੀਜ਼ਨ ਕੀ ਆ? ਉਹਦਾ ਰੀਜ਼ਨ ਇਹ ਆ ਕਿ ਘੱਟ ਤੋਂ ਘੱਟ ਮੇਰੇ ਕੋਲ ਇੱਕ ਅਥੈਂਟਿਕ ਸਬੂਤ ਹੋਊਗਾ। ਅਗਰ ਕੱਲ੍ਹ ਨੂੰ ਸਵਾਲ ਗਲਤ ਕਰਦੇ ਨੇ ਤਾਂ ਮੈਂ ਦੱਸ ਸਕਦਾ ਹਾਂ ਕਿ ਭਾਈ NCERT ਦੇ ਵਿੱਚ ਆਹ ਚੀਜ਼ ਲਿਖੀ ਹੋਈ ਆ। ਮੇਰੇ ਕੋਲ ਇੱਕ ਅਥੈਂਟਿਕ ਸਬੂਤ ਪ੍ਰੂਫ ਹੋਊਗਾ ਮੇਰੇ ਕੋਲੇ, ਠੀਕ ਹੈ। ਬਟ 27 ਦਾ ਕਿਤੇ ਸਿਵਾਏ ਗੂਗਲ ਤੋਂ ਜਾਂ ਸਿਵਾਏ ਹੋਰ ਅਦਰ ਕਿਤਾਬਾਂ ਤੋਂ ਮੈਨੂੰ ਕਿਤੇ ਪ੍ਰੂਫ ਨਹੀਂ ਮਿਲਿਆ, ਬਲਕਿ ਕਿਤੇ ਆਫੀਸ਼ੀਅਲ ਕਿਤਾਬ ਦੇ ਵਿੱਚ ਮੈਨੂੰ ਕੋਈ ਸਬੂਤ ਨਹੀਂ ਮਿਲ ਰਿਹਾ। ਸੋ 28 ਨੂੰ ਮੈਂ ਪ੍ਰੈਫਰ ਕਰੂੰਗਾ। ਤੁਸੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਕਰ ਸਕਦੇ ਹੋ। ਨੈਲਸਨ ਮੰਡੇਲਾ 28 ਸਾਲ ਜੇਲ੍ਹ 'ਚ ਰਿਹਾ ਸੀਗਾ ਤੇ ਪਹਿਲਾ ਬਲੈਕ ਪਰਸਨ ਸੀਗਾ, ਕਾਲਾ ਪਰਸਨ ਸੀਗਾ, ਜਿਹੜਾ 1994 ਦੇ ਵਿੱਚ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਸੀ। 1994 ਦੇ ਵਿੱਚ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਬਣਿਆ ਸੀਗਾ। ਮੈਂ ਉਮੀਦ ਕਰਦਾ ਕਿ ਇਸ ਦੇ ਨਾਲ ਤੁਹਾਨੂੰ ਆ ਸਾਰਾ ਕੁਝ ਸਮਝ ਆ ਗਿਆ ਹੋਊਗਾ। ਲੈਵਲਸ ਆਫ ਦੀ ਗਵਰਨਮੈਂਟ, ਲੋਕਲ ਆ ਗਿਆ, ਸਟੇਟ ਆ ਗਿਆ, ਸੈਂਟਰ ਆ ਗਿਆ, ਕਿਵੇਂ ਸਰਕਾਰਾਂ ਬਣਦੀਆਂ ਨੇ, ਕਿਵੇਂ ਵੋਟਾਂ ਪੈਂਦੀਆਂ ਨੇ, ਕੌਣ ਵੋਟ ਪਾ ਸਕਦਾ, ਕੌਣ ਵੋਟਾਂ 'ਚ ਖੜਾ ਹੋ ਸਕਦਾ, ਆਉਣ ਵਾਲੇ ਲੈਕਚਰਸ ਦੇ ਵਿੱਚ ਆਪਾਂ ਕਵਰ ਕਰਾਂਗੇ। ਲੈਜਿਸਲੇਚਰ ਕੀ ਹੁੰਦੀ ਆ, ਜੁਡੀਸ਼ਰੀ ਕੀ ਹੁੰਦੀ ਆ, ਐਗਜ਼ੀਕਿਊਟਿਵ ਕੀ ਹੁੰਦੀ ਆ, ਆਉਣ ਵਾਲੇ ਲੈਕਚਰਸ ਦੇ ਵਿੱਚ ਆਪਾਂ ਕਵਰ ਕਰਾਂਗੇ। ਅਦਰਵਾਈਜ਼ ਕਾਮਨ ਸਿਸਟਮ ਹੈ, ਇਹਦੇ ਵਿੱਚ ਸਮਝਣ ਵਾਲਾ ਕੁਝ ਨਹੀਂ ਹੈਗਾ। ਮੈਂ ਉਮੀਦ ਕਰਦਾ ਕਿ ਜਿੰਨਾ ਆਪਾਂ ਨੇ ਡਿਸਕਸ ਕੀਤਾ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ। ਅਗਲੀ ਵੀਡੀਓ ਦੇ ਵਿੱਚ ਆਪਾਂ ਲੋਕਲ ਗਵਰਨਮੈਂਟ ਦੇ ਨਾਲ ਫੇਰ ਤੋਂ ਇੱਕ ਵਾਰੀ ਮਿਲਾਂਗੇ। ਧੰਨਵਾਦ।